ਤਾਂ ਸਟੂਡੈਂਟਸ ਅਸੀਂ ਆਪਣੀ ਸੈਕਿੰਡ ਪੋਇਮ ਜੋ ਬਾਈ ਮੰਥਲੀ ਸਿਲੇਬਸ +2 ਦੇ ਵਿੱਚ ਸ਼ਾਮਲ ਹੈ ਅਪ੍ਰੈਲ ਐਂਡ ਮਈ ਦੇ ਵਿੱਚ ਔਨ ਫਰੈਂਡਸ਼ਿਪ, ਉਹ ਅਸੀਂ ਪੂਰੀ ਰੀਡ ਕਰ ਚੁੱਕੇ ਤੇ ਉਸ ਦੇ ਅਸੀਂ ਕੁਝ ਕੱਲ ਬੇਟਾ ਐਕਸਰਸਾਈਜ਼ਸ ਐਂਡ ਸੋਲੂਸ਼ਨਸ ਵੀ ਕਰ ਲਏ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੀ ਪੋਇਮ ਦੀ ਪੈਰਾਫਰੇਜ਼ ਆਪਣੀ ਫੇਅਰ ਨੋਟਬੁੱਕਸ ਤੇ ਉਤਾਰ ਲਈ ਹੋਏਗੀ ਤੇ ਐਕਸਰਸਾਈਜ਼ਸ ਵਿਦ ਸੋਲੂਸ਼ਨਸ ਵੀ ਤੁਸੀਂ ਕਰ ਲਏ ਹੋਣਗੇ। ਤਾਂ ਖਲੀਲ ਜਿਬਰਾਨ ਇਹਦੇ ਪੋਇਟ ਹੈ ਜੀ, ਇਹ ਸਾਨੂੰ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਲਿਖੀ ਹੈ ਪੋਇਮ ਬੜੀ ਹੀ ਵਧੀਆ ਸੀ, ਜਿਸ 'ਚ ਉਹਨਾਂ ਨੇ ਫਰੈਂਡਸ਼ਿਪ ਦੇ ਮਾਇਨੇ ਕੀ ਨੇ, ਅਸਲ ਮਤਲਬ ਕੀ ਹੈ ਫਰੈਂਡਸ਼ਿਪ ਦਾ, ਬਹੁਤ ਹੀ ਅਸੀਂ ਹਲਕੇ ਢੰਗ ਨਾਲ ਬੇਟਾ ਫਰੈਂਡਸ਼ਿਪ ਦਾ ਮਤਲਬ ਲੈਂਦੇ ਹਾਂ। ਖਾਸ ਤੌਰ ਤੇ ਜਿਹੜੇ ਸਾਡੇ ਯੰਗ ਸਟੂਡੈਂਟਸ ਹੈ, ਕਹਿੰਦੇ ਜੀ ਸਾਡੀ ਫਰੈਂਡਸ਼ਿਪ ਹੋ ਗਈ, ਇਹ ਹੋ ਗਿਆ, ਮਤਲਬ ਫਰੈਂਡਸ਼ਿਪ ਨੂੰ ਬੜੇ ਹੀ ਹਲਕੇ ਢੰਗ ਨਾਲ ਲੈਂਦੇ ਨੇ ਬੇਟਾ। ਫਰੈਂਡਸ਼ਿਪ ਦਾ ਮਤਲਬ ਇਹ ਨਹੀਂ ਹੁੰਦਾ। ਫਰੈਂਡਸ ਤਾਂ ਉਹ ਹੁੰਦੇ ਨੇ ਜਿਹੜੇ ਤੁਹਾਡੇ ਜਨਮਾਂ ਜਨਮਾਂਤਰਾਂ ਦੇ ਸਾਥੀ ਬਣਦੇ ਨੇ, ਇਹੋ ਜਿਹਾ ਕੰਮ ਕਰਦੇ। ਤੁਸੀਂ ਸਾਰੀ ਪੋਇਮ ਪੜ੍ਹੀ ਹੈ, ਮੈਂ ਬੜੀ ਡਿਟੇਲ 'ਚ ਬੇਟਾ ਸਮਝਾਈ ਹੈ ਤੁਹਾਨੂੰ, ਉਮੀਦ ਹੈ ਸਮਝ ਆ ਗਈ ਹੋਣੀ। ਤੇ ਬਹੁਤ ਅੱਛੀ ਪੋਇਮ ਹੈ, ਮੇਰੀ ਵਨ ਆਫ ਦਾ ਫੇਵਰੇਟ ਪੋਇਮ ਹੈ। ਮੈਂ ਬੜਾ ਇੰਜੋਏ ਕਰਦਾ ਜਦੋਂ ਬੱਚਿਆਂ ਨੂੰ ਪੜ੍ਹਾਉਣਾ ਮੈਂ +2 ਵਾਲਿਆਂ ਨੂੰ। ਸਗੋਂ ਅੱਜ +1 ਵਾਲੇ ਬੱਚਿਆਂ ਨੂੰ ਵੀ ਮੈਂ ਇੱਕ ਜਗ੍ਹਾ ਉਹਨਾਂ ਦਾ ਨਾ ਫਰੈਂਡਸ਼ਿਪ ਦਾ ਇੱਕ ਵਰਡ ਆਇਆ ਸੀਗਾ, ਦਾ ਪੋਰਟਰੇਟ ਆਫ ਅ ਲੇਡੀ, 'ਚ ਉਹਨਾਂ ਨੂੰ ਵੀ ਦੱਸਿਆ ਕਿ +2 'ਚ ਤੁਹਾਨੂੰ ਮੈਂ ਇਸ ਨਾਮ ਦੀ ਪੋਇਮ ਪੜ੍ਹਾਊਂਗਾ ਔਨ ਫਰੈਂਡਸ਼ਿਪ। ਚਲੋ ਤਾਂ ਬੇਟਾ ਅੱਜ ਅਸੀਂ ਕੀ ਕਰ ਰਹੇ ਹਾਂ, ਅੱਜ ਇਸ ਦਾ ਜਿਹੜਾ ਇਕਲੌਤਾ ਕੁਐਸਚਨ ਰਹਿ ਗਿਆ ਸਾਡਾ ਉਹ ਇਹ ਵਾਲਾ ਹੈ ਜੀ, ਜੋ ਕੰਪਰੀਹੈਂਸ਼ਨ ਐਂਡ ਇੰਜੋਇਮੈਂਟ ਦੇ ਵਿੱਚ ਪਹਿਲਾ ਕੁਐਸਚਨ ਹੈ ਕਿ ਗਿਵ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ। ਅੱਜ ਅਸੀਂ ਬੇਟਾ ਇਹ ਵਾਲਾ ਕੁਐਸਚਨ ਕਰਾਂਗੇ। ਅੱਛਾ, ਇਹ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਧਿਆਨ ਨਾਲ ਸਮਝਣਾ। ਮੈਂ ਬੜਾ ਈਜ਼ੀ ਕਰਕੇ ਲਿਖਿਆ ਹੋਇਆ ਹੈ ਤੇ ਇਹ ਪੇਪਰ ਦੇ ਵਿੱਚ ਬੇਟਾ ਤੁਹਾਨੂੰ ਟੈਕਸਟ ਜਿਹੜੇ ਤੁਹਾਡਾ ਪੱਕੇ ਪੇਪਰ ਹੋਣੇ ਉਹਦੇ ਵਿੱਚ ਤੁਹਾਨੂੰ ਇਹ ਸੈਂਟਰਲ ਆਈਡੀਆ ਤੁਹਾਨੂੰ ਪੋਇਮ ਦਾ ਆਣਾ ਹੀ ਆਣਾ। ਤੁਹਾਨੂੰ ਪਤਾ ਹੈ 2 ਆਈਡੀਆਜ਼ ਦਿੱਤੇ ਹੁੰਦੇ ਨੇ ਸੈਂਟਰਲ ਆਈਡੀਆਜ਼, ਜਿਹਦੇ ਵਿੱਚੋਂ ਤੁਸੀਂ ਇੱਕ ਕਰਨਾ ਹੁੰਦਾ ਹੈ ਤੇ ਇਹ 3 ਮਾਰਕਸ ਦਾ ਬੇਟਾ ਕੁਐਸਚਨ ਆਉਂਦਾ ਹੈ ਪੇਪਰਾਂ ਦੇ ਵਿੱਚ। ਤਾਂ 3 ਮਾਰਕਸ ਦਾ ਮਤਲਬ ਇਹ ਹੋ ਗਿਆ ਕਿ 7 8 10 ਲਾਈਨਾਂ ਦਾ ਤੁਸੀਂ ਆਨਸਰ ਲਿਖੋ। ਉਹਦੇ ਵਿੱਚ ਸੈਂਟਰਲ ਆਈਡੀਆ ਪੋਇਮ ਦਾ ਤੁਸੀਂ ਲਿਖੋ ਕਿ ਮੇਨ ਥੀਮ ਕੀ ਹੈ ਪੋਇਮ ਦਾ, ਉਹ ਸਾਰਾ ਤੁਸੀਂ ਲਿਖਣਾ ਹੁੰਦਾ ਹੈ। ਤੇ ਬਾਕੀ ਜਿਹੜੇ ਕੁਐਸਚਨਸ ਹੈ ਬੇਟਾ, ਉਹਦਾ ਵੀਡੀਓ ਮੈਂ ਤੁਹਾਨੂੰ ਕੱਲ ਬਣਾ ਕੇ ਦਿੱਤਾ ਸੀਗਾ, ਜਿਸ ਦੇ ਵਿੱਚ ਆ ਸਾਰਾ ਪੈਰਾ, ਉਸ ਦੇ ਨੀਚੇ ਸਾਰੇ ਕੁਐਸਚਨਸ, ਉਹਨਾਂ ਦੇ ਮੈਂ ਸੋਲੂਸ਼ਨਸ ਤੁਹਾਨੂੰ ਦਿੱਤੇ ਸੀਗੇ, ਬੜੇ ਸਮਝਾਏ ਵੀ ਸੀ ਨਾਲ। ਤੇ ਫਿਰ ਤੁਹਾਡਾ 3rd ਨੰਬਰ ਵਾਲਾ ਸਟੈਂਜ਼ਾ, ਇਹ ਵਾਲਾ ਸਟੈਂਜ਼ਾ ਤੇ 4 ਕੁਐਸਚਨ ਇਹ ਸੀਗੇ, ਇਹ ਵੀ ਮੈਂ ਤੁਹਾਨੂੰ ਨਾਲ ਸਾਰੇ ਸਮਝਾਏ ਸੀਗੇ। ਤਾਂ ਉਮੀਦ ਹੈ ਕਿ ਬੇਟਾ ਤੁਸੀਂ ਸਾਰਾ ਕੰਮ ਆਪਣੀ ਫੇਅਰ ਨੋਟਬੁੱਕਸ ਤੇ ਕਰ ਲਿਆ ਹੋਏਗਾ। ਲੇਕਿਨ ਅੱਜ ਜੋ ਅਸੀਂ ਕਰਨ ਜਾ ਰਹੇ ਹਾਂ, ਇਸ ਦਾ ਸਭ ਤੋਂ ਇੰਪੋਰਟੈਂਟ ਕੁਐਸਚਨ ਉਹ ਹੈ ਸੈਂਟਰਲ ਆਈਡੀਆ ਆਫ ਦਾ ਪੋਇਮ। ਮੈਂ ਬਾਰ-ਬਾਰ ਕਹਿੰਦਾ ਬੇਟਾ ਬਹੁਤ ਇੰਪੋਰਟੈਂਟ ਹੈ, ਇਹਨੂੰ ਧਿਆਨ ਨਾਲ ਸਮਝਿਓ ਤੇ ਇਸ ਨੂੰ ਅੱਜ ਆਪਣੀਆਂ ਫੇਅਰ ਨੋਟਬੁੱਕਸ ਤੇ ਵੀ ਲਿਖ ਲਿਓ। ਤਾਂ ਜਿਸ ਤਰ੍ਹਾਂ ਬੇਟਾ ਤੁਸੀਂ ਦੇਖ ਰਹੇ ਹੋ, ਇਹ ਮੈਂ ਸੈਂਟਰਲ ਆਈਡੀਆ ਆਫ ਦਾ ਪੋਇਮ ਆਪ ਤਿਆਰ ਕੀਤੀ ਹੈ। ਆ ਦੇਖੋ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੋਣਾ। ਇੱਕ ਵਾਰੀ ਬੇਟਾ ਕਨਫਰਮੇਸ਼ਨ ਮੈਨੂੰ ਦੁਬਾਰਾ ਦਿਓ ਕਿ ਤੁਹਾਨੂੰ, ਕਿਉਂਕਿ ਮੈਂ ਸਕਰੀਨ ਚੇਂਜ ਕੀਤੀ ਹੈ, ਕਿ ਤੁਹਾਨੂੰ ਇਹ ਸੈਂਟਰਲ ਆਈਡੀਆ ਮੇਰਾ ਲਿਖਿਆ ਹੋਇਆ ਸ਼ੋ ਹੋ ਰਿਹਾ ਬੇਟਾ, ਦੱਸਿਓ ਜਰਾ। ਅਰਸ਼ਪ੍ਰੀਤ, ਹਾਂਜੀ ਬੇਟਾ ਦਿਖ ਰਿਹਾ ਤੁਹਾਨੂੰ ਸੈਂਟਰਲ ਆਈਡੀਆ ਹਾਂਜੀ ਸਕਰੀਨ ਤੇ? ਠੀਕ ਹੈ ਬੇਟਾ, ਓਕੇ ਹਾਂਜੀ ਸਰ। ਓਕੇ ਠੀਕ ਹੈ ਜੀ। ਤਾਂ ਇੱਕ ਵਾਰੀ ਫੇਰ ਬੇਟਾ ਤੁਹਾਨੂੰ ਮੈਂ ਮਿਊਟ ਕਰ ਰਿਹਾ। ਤਾਂ ਕੁਐਸਚਨ ਹੈ ਜੀ ਕਿ ਜੋ ਪੇਪਰ ਚਾਹੁੰਦਾ ਤੁਹਾਨੂੰ ਕਿ ਰਾਈਟ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ ਔਨ ਫਰੈਂਡਸ਼ਿਪ, ਤਾਂ ਇਹ ਕੁਐਸਚਨ ਹੈ ਤੁਹਾਡਾ। ਤਾਂ ਜੀ ਆਂਸਰ ਮੈਂ ਲਿਖਿਆ ਬੇਟਾ ਨੀਚੇ ਕਿ ਔਨ ਫਰੈਂਡਸ਼ਿਪ ਇਜ਼ ਰਿਟਨ ਬਾय ਖਲੀਲ ਜਿਬਰਾਨ। ਤਾਂ ਔਨ ਫਰੈਂਡਸ਼ਿਪ ਦੇਖੋ ਪੋਇਮ ਦਾ ਨਾਮ ਹੈ ਬੇਟਾ, ਨੂੰ ਧਿਆਨ ਨਾਲ ਪੜ੍ਹਨਾ ਹੈ। ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਔਨ ਫਰੈਂਡਸ਼ਿਪ ਦਾ ਜਿਹੜਾ ਨਾਮ ਪਾਇਆ ਉਸਦਾ O ਵੱਡਾ ਹੈ ਤੇ ਫਰੈਂਡਸ਼ਿਪ ਦੀ F ਵੱਡੀ ਹੈ। ਤੇ ਔਨ ਫਰੈਂਡਸ਼ਿਪ ਜਿਹੜੀ ਪੋਇਮ ਦਾ ਨਾਮ ਹੈ ਬੇਟਾ, ਨੂੰ ਮੈਂ ਕੋਟਸ ਚ ਪਾਇਆ, ਸਿੰਗਲ ਕੋਟਸ। ਧਿਆਨ ਨਾਲ ਦੇਖੋ, ਸਿੰਗਲ ਕੋਟਸ ਇਸ ਤਰ੍ਹਾਂ ਪੈਂਦੇ ਹੈ ਤੇ ਸਿੰਗਲ ਕੋਟਸ ਚ ਪਾਇਆ। ਤਾਂ ਇਸ ਨੂੰ ਐਵੇਂ ਪਾਣਾ ਹੈ ਔਨ ਫਰੈਂਡਸ਼ਿਪ ਨੂੰ, ਜਿਹੜਾ ਅੱਖਰ ਵੱਡਾ ਹੈ ਵੱਡਾ ਹੈ, ਛੋਟਾ ਛੋਟਾ। ਕਿਸ ਦੀ ਲਿਖੀ ਹੋਈ ਹੈ ਬੇਟਾ? ਇਹ ਖਲੀਲ ਜਿਬਰਾਨ ਦੀ। ਖਲੀਲ ਦੀ K ਵੱਡੀ ਹੈ ਦੇਖੋ, ਐਂਡ ਜਿਬਰਾਨ ਦੀ G ਵੱਡੀ ਹੈ, ਬਾਕੀ ਸਾਰੇ ਅੱਖਰ ਛੋਟੇ ਹੈ। ਇਸ ਨੂੰ ਐਵੇਂ ਪਾਣਾ ਹੈ। ਤੇ ਖਲੀਲ ਜਿਬਰਾਨ ਨੂੰ ਨਾ ਤਾਂ ਮੈਂ ਕੋਟਸ ਚ ਪਾਇਆ ਤੇ ਨਾ ਹੀ ਉਹਦੇ ਨੀਚੇ ਕੋਈ ਲਾਈਨ ਲਾਈ ਹੈ। ਤੇ ਧਿਆਨ ਰੱਖਣਾ ਹੈ, ਜਿਸ ਤਰ੍ਹਾਂ ਪਹਿਲੀ ਲਾਈਨ ਮੈਂ ਤੁਹਾਨੂੰ ਲਿਖ ਕੇ ਦਿੱਤੀ ਹੈ, ਇਹਨੂੰ ਐਜ਼ ਇਟ ਇਜ਼ ਲਿਖਣਾ ਹੈ। ਇਸ ਦੇ ਵਿੱਚ ਆਪਣੇ ਵੱਲੋਂ ਕੋਈ ਵੀ ਮੋਡੀਫਿਕੇਸ਼ਨ ਨਹੀਂ ਕਰਨੀ। ਪਹਿਲੀ ਲਾਈਨ ਬਹੁਤ ਹੀ ਜ਼ਰੂਰੀ ਹੁੰਦੀ ਹੈ ਬੇਟਾ। ਜੇ ਤੁਸੀਂ ਪੋਇਮ ਦਾ ਨਾਮ ਬਿਲਕੁਲ ਇਸੇ ਤਰ੍ਹਾਂ ਪਾਇਆ ਹੈ, ਕੋਟਸ ਚ ਪਾਇਆ ਹੈ, ਤੇ ਫਿਰ ਪੋਇਟ ਦਾ ਨਾਮ ਬਿਲਕੁਲ ਇਸੇ ਤਰ੍ਹਾਂ ਪਾਇਆ ਹੈ, ਕੋਈ ਗਲਤੀ ਨਹੀਂ, ਤਾਂ ਤੁਸੀਂ ਇਹ ਸੋਚ ਲਓ ਕਿ ਤੁਹਾਡੇ 3 ਚੋਂ 2 ਨੰਬਰ ਤਾਂ ਪੱਕੇ ਹੈ। ਇਹ ਮੈਂ ਤੁਹਾਨੂੰ ਸਹੀ ਕਹਿ ਰਿਹਾ। ਜੇ ਤੁਸੀਂ ਪਹਿਲੀ ਲਾਈਨ ਸਹੀ ਲਿਖੀ ਹੈ, ਤੁਸੀਂ ਇੱਕ ਬਹੁਤ ਅੱਛਾ ਇੰਪ੍ਰੈਸ਼ਨ ਪਾਉਂਦੇ ਹੋ ਤੁਹਾਡੇ ਪੇਪਰ ਚੈੱਕਰ ਤੇ, ਕਿ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਇਸਨੇ ਪੋਇਮ ਦਾ ਨਾਮ ਤੇ ਪੋਇਟ ਦਾ ਨਾਮ ਲਿਖਿਆ। ਤੇ ਅੱਗੇ ਜੇ ਤੁਹਾਡੀ ਸੈਂਟਰਲ ਆਈਡੀਆ ਦੇ ਵਿੱਚ ਕੋਈ ਮਾੜੀ ਮੋਟੀ ਗਲਤੀ ਵੀ ਹੋਗੀ ਬੇਟਾ, ਤਾਂ ਇੱਕ ਚੰਗਾ ਪੇਪਰ ਚੈੱਕਰ ਉਸ ਨੂੰ ਇਗਨੋਰ ਕਰਕੇ ਤੁਹਾਨੂੰ ਫਿਰ ਵੀ ਮਾਰਕਸ ਦੇ ਦਿੰਦਾ। ਪਹਿਲੀ ਲਾਈਨ ਦੇ ਵਿੱਚ ਗਲਤੀ ਨਹੀਂ ਕਰਨੀ। ਤਾਂ ਇਸ ਲਾਈਨ ਨੂੰ ਯਾਦ ਕਰਕੇ ਤੁਸੀਂ 5-7 ਵਾਰੀ ਬਿਨਾਂ ਦੇਖੇ ਪਾ ਕੇ ਦੇਖ ਲਿਓ
ਚੈੱਕ ਕਰ ਲਿਓ, ਬਸ ਇੰਨਾ ਕੁ ਕੰਮ ਹੈ ਤੇ ਤੁਹਾਡਾ ਮਤਲਬ ਤੁਹਾਡੇ ਮਾਰਕਸ ਪੱਕੇ ਹੋ ਜਾਣੇ। ਤਾਂ ਬੇਟਾ ਸਾਨੂੰ ਪਤਾ ਹੈ ਕਿ ਪੋਇਮ ਸ਼ੁਰੂ ਕਿੱਥੋਂ ਹੁੰਦੀ ਹੈ। ਪੋਇਮ ਇੱਕ ਕੁਐਸਚਨ ਨਾਲ ਸ਼ੁਰੂ ਹੁੰਦੀ ਹੈ। ਆ ਸਟੂਡੈਂਟ ਆਸਕਡ ਅ ਕੁਐਸਚਨ ਟੂ ਦਾ ਪੋਇਟ ਅਬਾਊਟ ਫਰੈਂਡਸ਼ਿਪ। ਪੋਇਟ ਕਿਤੇ ਜਾਣ ਲੱਗਦਾ ਹੈ ਤਾਂ ਕਾਫੀ ਜਣੇ ਹੁੰਦੇ ਆ ਉਹਦੇ ਨਾਲ, ਲੇਕਿਨ ਇੱਕ ਉਹਦਾ ਸਟੂਡੈਂਟ ਆਂਦਾ ਹੈ ਤੇ ਉਹ ਪੋਇਟ ਨੂੰ, ਕਵੀ ਨੂੰ ਕੁਐਸਚਨ ਪੁੱਛਦਾ ਹੈ। ਇੱਕ ਉਹਦਾ ਵਿਦਿਆਰਥੀ ਆਂਦਾ ਹੈ, ਆਸਕ ਦਾ ਮਤਲਬ ਪੁੱਛਣਾ, ਆ ਕੁਐਸਚਨ ਇੱਕ ਪ੍ਰਸ਼ਨ ਪੁੱਛਦਾ ਹੈ ਕਿਹਨੂੰ, ਪੋਇਟ ਨੂੰ। ਪੋਇਟ ਕੌਣ ਹੈ, ਖਲੀਲ ਜਿਬਰਾਨ, ਠੀਕ ਹੈ। ਉਹ ਪੋਇਟ ਨੂੰ ਕੁਐਸਚਨ ਪੁੱਛਦਾ ਹੈ ਕਾਦੇ ਬਾਰੇ, ਫਰੈਂਡਸ਼ਿਪ ਦੇ ਬਾਰੇ, ਕਿ ਫਰੈਂਡਸ਼ਿਪ ਦਾ ਮਤਲਬ ਕੀ ਹੈ, ਵਾਟ ਇਜ਼ ਫਰੈਂਡਸ਼ਿਪ। ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਕਿ ਸਾਡੇ ਜਿਹੜੇ ਸਾਡੇ ਯੰਗ ਸਟੂਡੈਂਟਸ ਹੈ, ਜੋ ਖਾਸ ਤੌਰ ਤੇ +1 +2 ਚ ਪੜ੍ਹਦੇ ਹੈ, ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹ ਫਰੈਂਡਸ਼ਿਪ ਦਾ ਕਨਸੈਪਟ ਬੜਾ ਗਲਤ ਪੈ ਚੁੱਕਿਆ। ਕੁਛ ਬੇਟਾ ਮਾਹੌਲ ਹੈ ਸਾਡੇ ਆਲੇ ਦੁਆਲੇ, ਅਸੀਂ ਬਹੁਤ ਜ਼ਿਆਦਾ ਮੀਡੀਆ 'ਚ ਦੇਖਦੇ ਹਾਂ ਇਹ ਚੀਜ਼ਾਂ। ਅੱਜ ਕੱਲ੍ਹ ਦੇਖੋ ਆਨਲਾਈਨ ਇੰਨੀਆਂ ਕੁਛ ਐਪਸ ਆ ਗਈਆਂ ਜੋ ਤੁਸੀਂ ਮੋਬਾਈਲ ਤੇ ਯੂਜ਼ ਕਰਦੇ ਹੋ, ਤਾਂ ਸਾਡੇ ਦਿਮਾਗਾਂ ਦੇ ਅੰਦਰ ਨਾ ਜਿਹੜਾ ਫਰੈਂਡਸ਼ਿਪ ਨਾਂ ਦਾ ਕਨਸੈਪਟ ਹੈ ਵਿਗੜ ਚੁੱਕਿਆ। ਤਾਂ ਇਹ ਪੋਇਮ ਬੜੀ ਹੀ ਇੰਪੋਰਟੈਂਟ ਪੋਇਮ ਹੈ ਤੇ ਮੈਂ ਤਾਂ ਬੜਾ ਸਮਝਦਾ ਵਧੀਆ ਸਮਝਦਾ ਕਿ ਸਾਡੀ ਪੰਜਾਬ ਸਰਕਾਰ ਨੇ ਪੋਇਮ +2 ਦੇ ਸਿਲੇਬਸ ਦੇ ਵਿੱਚ ਸ਼ਾਮਿਲ ਕੀਤੀ ਹੈ। ਬਹੁਤ ਹੀ ਵਧੀਆ ਇਹ ਕਦਮ ਹੈ, ਕਿਉਂਕਿ ਇਸ ਪੋਇਮ ਦੇ ਨਾਲ ਜਿਹੜੇ ਸਾਡੇ ਸਟੂਡੈਂਟਸ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਫਰੈਂਡਸ਼ਿਪ ਦਾ ਅਸਲੀ ਮਤਲਬ ਹੈ ਕੀ ਹੈ ਤੇ ਅਸੀਂ ਕੀ ਸਮਝਦੇ ਹਾਂ। ਤਾਂ ਬੇਟਾ ਜੋ ਆਪਾਂ ਸਮਝਦੇ ਹਾਂ ਆਮ ਭਾਸ਼ਾ 'ਚ ਉਹ ਨਹੀਂ ਹੈ ਫਰੈਂਡਸ਼ਿਪ ਦਾ ਮਤਲਬ, ਇਹ ਪੋਇਮ ਪੜ੍ਹ ਕੇ ਪਤਾ ਲੱਗਦਾ। ਤਾਂ ਇਹੀ ਕੁਐਸਚਨ ਜਿਹੜਾ ਸਟੂਡੈਂਟ ਹੈ ਉਹ ਆਪਣੇ ਪੋਇਟ ਨੂੰ ਕਰਦਾ ਕਿ ਜੀ ਸਰ ਇਹ ਫਰੈਂਡਸ਼ਿਪ ਦਾ ਮਤਲਬ ਕੀ ਹੈ, ਸਾਨੂੰ ਦੱਸੋ। The poet tells him, ਹੁਣ ਪੋਇਟ ਉਸ ਨੂੰ ਦੱਸਦਾ ਹੈ, that friendship is God's blessing. God's blessing. ਇਹ ਫਰੈਂਡਸ਼ਿਪ ਕੀ ਹੈ, ਇਹ ਪਰਮਾਤਮਾ ਦੀ ਨਿਆਮਤ ਹੈ। ਬਲੈਸਿੰਗ ਦਾ ਮਤਲਬ ਕੀ ਹੁੰਦਾ, ਵਰਦਾਨ, ਨਿਆਮਤ, ਹੈ ਨਾ। ਤੇ ਗੋਡ ਦੀ ਜੀ ਦੇਖੋ ਬੇਟਾ ਵੱਡੀ ਪਾਣੀ ਹੈ, ਜਿੱਥੇ ਵੀ ਪਰਮਾਤਮਾ ਦੀ ਗੱਲ ਹੁੰਦੀ ਹੈ ਇੰਗਲਿਸ਼ ਦੇ ਵਿੱਚ ਜੀ ਵੱਡੀ ਪੈਂਦੀ ਹੈ। ਇਹ ਇੱਕ ਯੂਨੀਕ ਚੀਜ਼ ਹੈ ਸਾਡੀ ਇੰਗਲਿਸ਼ ਲੈਂਗੁਏਜ ਦੀ, ਹੋਰ ਕਿਸੇ ਭਾਸ਼ਾ 'ਚ ਇਹ ਨਹੀਂ ਹੈ। ਲੇਕਿਨ ਅਸੀਂ ਜਦੋਂ ਵੀ ਗੋਡ ਦੀ ਗੱਲ ਕਰਦੇ ਹਾਂ, ਪਰਮਾਤਮਾ ਇੱਕ ਹੈ ਨਾ, ਵਾਹਿਗੁਰੂ ਇੱਕ ਹੈ, ਤਾਂ ਅਸੀਂ ਉਸ ਪਰਮਾਤਮਾ ਦੀ ਗੋਡ ਦੀ ਜੀ ਵੱਡੀ ਪਾਣੀ ਹੈ। ਧਿਆਨ ਰੱਖਿਓ, ਇਸ ਨੂੰ ਤੁਸੀਂ GOD ਐਵੇਂ ਨਹੀਂ ਪਾਣਾ, ਇਹ ਗਲਤ ਹੋ ਜਾਏਗਾ, ਕਿਉਂਕਿ GOD ਦਾ ਮਤਲਬ ਹੀ ਹੋਰ ਹੈ, ਛੋਟੀ GOD ਦਾ। ਇਹਦਾ ਮਤਲਬ ਹੈ ਦੇਵੀ ਜਾਂ ਦੇਵਤਾ, ਠੀਕ ਹੈ, ਦੇਵਤਾ। ਅਸੀਂ ਦੇਵਤੇ ਦੀ ਗੱਲ ਨਹੀਂ ਕਰ ਰਹੇ, ਅਸੀਂ ਕਿਹਦੀ ਗੱਲ ਕਰ ਰਹੇ ਹਾਂ, ਅਸੀਂ ਤਾਂ ਵਾਹਿਗੁਰੂ ਦੀ ਗੱਲ ਕਰ ਰਹੇ ਹਾਂ, ਪਰਮਾਤਮਾ ਦੀ ਗੱਲ ਕਰ ਰਹੇ ਹਾਂ, ਈਸ਼ਵਰ ਦੀ ਗੱਲ ਕਰ ਰਹੇ ਹਾਂ, ਤਾਂ ਉਹਦੀ ਜੀ ਵੱਡੀ, ਠੀਕ ਹੈ ਜੀ। ਤਾਂ ਹੁਣ ਕਵੀ ਪੁੱਛਦਾ ਹੈ ਉਸਨੂੰ ਕਿ ਕਵੀ ਉਸ ਨੂੰ ਕਹਿੰਦਾ ਹੈ ਕਿ ਜਿਹੜੀ ਫਰੈਂਡਸ਼ਿਪ ਹੈ ਇਹ ਤਾਂ ਪਰਮਾਤਮਾ ਦੀ ਵਰਦਾਨ ਹੈ, ਪਰਮਾਤਮਾ ਦੀ ਨਿਆਮਤ ਹੈ, ਇਹ ਤਾਂ ਪਰਮਾਤਮਾ ਵੱਲੋਂ ਬਖਸ਼ੀ ਹੋਈ ਚੀਜ਼ ਹੈ ਫਰੈਂਡਸ਼ਿਪ। ਫਰੈਂਡਸ ਉਹੀ ਕਿਸੇ ਦਾ ਫਰੈਂਡ ਬਣਦਾ ਹੈ ਜੇ ਸਾਨੂੰ ਪਰਮਾਤਮਾ ਤੋਂ ਇਹ ਮਤਲਬ ਕਿ ਪਰਮਾਤਮਾ ਸਾਨੂੰ ਕਹਿੰਦਾ ਕਿ ਹਾਂ ਤੇਰਾ ਕੋਈ ਫਰੈਂਡ ਹੋਊਗਾ ਸੱਚਾ, ਤਾਂ ਹੀ ਮਿਲਦਾ, ਅਦਰਵਾਈਜ਼ ਮਿਲਦਾ ਨਹੀਂ। ਇਹ ਗੱਲ ਨਾ ਮੈਂ ਆਪਣੀਆਂ ਕਲਾਸਿਸ ਦੇ ਵਿੱਚ ਆਪਣੇ ਸਟੂਡੈਂਟਸ ਨੂੰ ਬਹੁਤ ਵਾਰੀ ਗੱਲ ਕਹੀ ਹੈ। ਕਿਵੇਂ ਕਿ ਮੈਂ ਹਮੇਸ਼ਾ ਆਪਣੇ ਸਟੂਡੈਂਟਸ ਨੂੰ ਕਹਿਣਾ ਹੁੰਦਾ ਕਿ ਬੱਚਿਓ ਦੇਖੋ, ਤੁਹਾਡੇ ਮਾਂ-ਬਾਪ, ਤੁਹਾਡੇ ਰਿਸ਼ਤੇਦਾਰ, ਜਿਹਦੇ 'ਚ ਮਾਮੇ, ਚਾਚੇ, ਤਾਏ, ਭੂਆ, ਫੁੱਫੜ, ਭੈਣ, ਭਰਾ, ਇਹ ਸਾਰੇ ਪਰਮਾਤਮਾ ਨੇ ਫਿਕਸ ਕਰਕੇ ਭੇਜੇ। ਇਹ ਫਿਕਸ ਹੈ ਸਾਡੇ, ਠੀਕ ਹੈ, ਮੂੰਹ ਬੋਲੇ ਅਸੀਂ ਜਿੰਨੇ ਮਰਜ਼ੀ ਬਣਾਈ ਜਾਈਏ, ਲੇਕਿਨ ਜਿਹੜੇ ਸਾਡੇ ਅਸਲੀ ਮਾਂ-ਬਾਪ ਨੇ, ਅਸਲੀ ਭੈਣ ਭਰਾ ਨੇ, ਉਹ ਫਿਕਸ ਨੇ, ਬਸ ਉਹੀ ਨੇ, ਹੋਰ ਕੋਈ ਨਹੀਂ ਹੈਗੇ। ਲੇਕਿਨ ਬੇਟਾ ਤੁਹਾਡੇ ਫਰੈਂਡਸ ਫਿਕਸ ਨਹੀਂ ਹੈਗੇ। ਫਰੈਂਡਸ ਤਾਂ ਤੁਸੀਂ ਲਾ ਲਓ ਕਿ ਇੱਕ ਪਰਮਾਤਮਾ ਦਾ ਵਰਦਾਨ ਹੀ ਹੈ ਕਿ ਸਾਨੂੰ ਚੰਗੇ ਫਰੈਂਡਸ ਮਿਲਦੇ ਆ। ਜੇ ਪ੍ਰਦਾਨ ਹੋਵੇ ਤਾਂ ਚੰਗੇ ਮਿਲਦੇ ਆ, ਨਹੀਂ ਤਾਂ ਮਾੜੇ ਵੀ ਮਿਲ ਜਾਂਦੇ ਆ। ਤਾਂ ਇਹ ਬਹੁਤ ਵਧੀਆ ਗੱਲ ਪਹਿਲੀ ਲਾਈਨ 'ਚ, ਕਵਿਤਾ ਦੀ ਪਹਿਲੀ ਲਾਈਨ 'ਚ ਹੀ ਕਹੀ ਗਈ ਹੈ ਕਿ ਪਰਮਾਤਮਾ ਦਾ ਗੋਡਸ ਦੀਆਂ ਬਲੈਸਿੰਗਸ ਨੇ। ਜੇ ਸਾਨੂੰ ਪਰਮਾਤਮਾ ਨੇ ਵਰਦਾਨ ਦਿੱਤਾ ਤਾਂ ਚੰਗੇ ਫਰੈਂਡਸ ਮਿਲਣਗੇ, ਨਹੀਂ ਤਾਂ ਫਿਰ ਠੀਕ ਹੈ। ਅੱਗੇ ਕੀ ਹੈ, ਦਾ ਮੋਸਟ ਇੰਪੋਰਟੈਂਟ ਥਿੰਗ ਇਨ ਫਰੈਂਡਸ਼ਿਪ ਇਜ਼ ਲਵ। ਹੁਣ ਦੇਖੋ ਕਹਿੰਦੇ ਫਰੈਂਡਸ਼ਿਪ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼, ਦਾ ਮੋਸਟ ਇੰਪੋਰਟੈਂਟ, ਦੇਖੋ ਇੰਪੋਰਟੈਂਟ ਦੀਆਂ ਡਿਗਰੀਜ਼ ਹੁੰਦੀਆਂ ਨੇ, ਹੈ ਨਾ, ਐਡਜੈਕਟਿਵ ਹੈ ਇਹ, ਵਿਸ਼ੇਸ਼ਣ ਹੈ, ਮਚ, ਮੋਰ, ਮੋਸਟ, ਹੈ ਨਾ। ਇੰਪੋਰਟੈਂਟ ਦੀ ਆਪਾਂ ਤੀਸਰੀ ਡਿਗਰੀ ਲਾਤੀ, ਦਾ ਮੋਸਟ ਇੰਪੋਰਟੈਂਟ, ਸਭ ਤੋਂ ਜ਼ਿਆਦਾ ਮਹੱਤਵਪੂਰਨ ਚੀਜ਼ ਫਰੈਂਡਸ਼ਿਪ 'ਚ ਕੀ ਹੈ, ਲਵ ਹੈ। ਪੈਸਾ ਨਹੀਂ ਹੈ, ਲਵ ਹੈ, ਪਿਆਰ ਹੈ। ਜੇ ਦੋਸਤਾਂ 'ਚ ਆਪਸ 'ਚ ਪਿਆਰ ਹੋਏਗਾ ਤਾਂ ਹੀ ਫਰੈਂਡਸ਼ਿਪ ਹੋਏਗੀ, ਤਾਂ ਹੀ ਉਹਨਾਂ ਦੇ ਫਰੈਂਡਸ ਜਿਹੜੇ ਨੇ ਉਹ ਇੱਕ ਦੂਜੇ ਦੇ ਪੱਕੇ ਗੂੜੇ ਮਿੱਤਰ ਬਣਨਗੇ। ਅਸੀਂ ਬਹੁਤ ਸਾਰੀਆਂ ਸਟੋਰੀਜ਼ ਪੜ੍ਹੀਆਂ ਨੇ ਇਹ। ਅ ਫਰੈਂਡ ਆਲਵੇਜ਼ ਸਪੋਰਟਸ ਅਸ। ਜਿਹੜਾ ਸਾਡਾ ਸੱਚਾ ਦੋਸਤ ਹੈ, ਫਰੈਂਡ, ਇੱਕ ਸੱਚਾ ਸਾਥੀ, ਹਮੇਸ਼ਾ ਸਾਨੂੰ ਸਪੋਰਟ ਕਰਦਾ ਹੈ। ਸਪੋਰਟ ਦਾ ਮਤਲਬ ਸਾਡੀ ਮਦਦ ਕਰਦਾ ਹੈ। ਹੁਣ ਦੇਖੋ ਬੇਟਾ, ਇਹ ਜਿਹੜੀ ਆਪਾਂ ਸੈਂਟਰਲ ਆਈਡੀਆ ਜਦੋਂ ਲਿਖਦੇ ਹੁੰਦੇ ਨਾ, ਉਹਦੇ 'ਚ ਮੈਕਸਿਮਮ ਆਪਾਂ ਪ੍ਰੈਜ਼ੈਂਟ ਟੈਂਸ ਲਿਖਦੇ ਹਾਂ, ਕਿਉਂਕਿ ਉਹ ਸਾਡੇ ਵਿਚਾਰ ਹੈ।
ਸੈਂਟਰਲ ਆਈਡੀਆ ਦੇ ਵਿੱਚ ਅਸੀਂ ਆਪਣੇ ਵਿਚਾਰ ਲਿਖਣੇ ਹੁੰਦੇ ਆ, ਤਾਂ ਅਸੀਂ ਉਸ ਦੇ ਵਿੱਚ ਮੈਕਸਿਮਮ ਪ੍ਰੈਜ਼ੈਂਟ ਟੈਂਸ ਲਿਖਦੇ। ਹੁਣ ਅਸੀਂ ਇੱਥੇ ਵੀ ਦੇਖੋ ਸਿੰਪਲ ਪ੍ਰੈਜ਼ੈਂਟ ਟੈਂਸ ਯੂਜ਼ ਕਰਿਆ, ਕਿਵੇਂ? ਆ ਫਰੈਂਡ ਕੀ ਹੈ, ਸਾਡਾ ਸਬਜੈਕਟ ਹੋ ਗਿਆ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਲਵੇਜ਼ ਤਾਂ ਚਲੋ ਐਡਵਰਬ ਹੋ ਗਈ। ਸਪੋਰਟਸ ਕੀ ਹੈ, ਸਾਡੀ ਮੇਨ ਵਰਬ ਹੈ, ਜਿਹਦੇ ਨਾਲ ਐਸ ਔਰ ਈਐਸ ਪੈਂਦੀ ਹੈ ਨਾ। ਤੁਹਾਨੂੰ ਪਤਾ ਹੈ ਜੇਕਰ ਇੱਕ ਵਚਨ ਸਬਜੈਕਟ ਹੋਵੇ, ਸਿੰਗੂਲਰ ਸਬਜੈਕਟ ਹੋਵੇ, ਤਾਂ ਵਰਬ ਦੇ ਨਾਲ ਅਸੀਂ ਐਸ ਪਾਉਂਦੇ ਹਾਂ, ਇੱਥੇ ਅਸੀਂ ਐਸ ਪਾਤੀ, ਤਾਂ ਐਕਚੁਅਲ ਬਣਿਆ ਕੀ ਸੈਂਟੈਂਸ ਹੈ? ਸਬਜੈਕਟ ਦੇ ਨਾਲ ਵਰਬ ਦੀ ਪਹਿਲੀ ਫਾਰਮ ਲੱਗੀ ਹੈ, ਸਪੋਰਟ ਪਹਿਲੀ ਫਾਰਮ ਹੈ, ਈਡੀ ਲੱਗਦੀ ਹੈ ਸੈਕੰਡ ਥਰਡ ਚ, ਨਾਲ ਉਹਦੇ ਐਸ ਔਰ ਈਐਸ ਲੱਗ ਜਾਂਦਾ ਹੈ। ਤਾਂ ਜੇਕਰ ਇਹ ਚੀਜ਼ ਬਣ ਗਈ ਤਾਂ ਇਹ ਕਿਹੜਾ ਟੈਂਸ ਹੋ ਗਿਆ? ਸਿੰਪਲ ਪ੍ਰੈਜ਼ੈਂਟ ਟੈਂਸ, ਜਿਹਨੂੰ ਤੁਸੀਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵੀ ਕਹਿੰਦੇ ਹੋ। ਤਾਂ ਮੈਂ ਇਹੀ ਕਹਿ ਰਿਹਾ ਤੁਹਾਨੂੰ ਕਿ ਸੈਂਟਰਲ ਆਈਡੀਆ ਅਸੀਂ ਮੈਕਸਿਮਮ ਪ੍ਰੈਜ਼ੈਂਟ ਟੈਂਸ ਯੂਜ਼ ਕਰਦੇ ਹਾਂ। ਇਹ ਚੀਜ਼ਾਂ ਦੇਖਿਆ ਕਰੋ, ਐਨਾਲਾਈਜ਼ ਕਰਿਆ ਕਰੋ। ਜਦੋਂ ਐਨਾਲਾਈਜ਼ ਕਰੋਗੇ ਤਾਂ ਤੁਹਾਨੂੰ ਈਜ਼ੀਲੀ ਯਾਦ ਵੀ ਹੋ ਜਾਣਗੀਆਂ ਇਹ। ਹਮੇਸ਼ਾ ਫਰੈਂਡ, ਇੱਕ ਫਰੈਂਡ ਹਮੇਸ਼ਾ ਸਾਡੀ ਸਪੋਰਟ ਕਰਦਾ, ਸਾਡੇ ਨਾਲ ਖੜਦਾ ਹੈ। ਉਹ ਅੱਗੇ ਕੀ ਹੈ? ਹੀ ਇਜ਼ ਲਾਈਕ ਅ ਬੋਰਡ, ਹੀ ਇਜ਼ ਲਾਈਕ ਅ ਬੋਰਡ ਐਂਡ ਫਾਇਰਸਾਈਡ ਟੂ ਅਸ। ਕਹਿੰਦੇ ਸਾਡੇ ਲਈ ਉਹ, ਹੀ ਇਜ਼ ਲਾਈਕ, ਉਹ ਸਾਡੇ ਲਈ ਕੀ ਹੈ? ਅ ਬੋਰਡ ਹੈ। ਬੋਰਡ ਦਾ ਮਤਲਬ ਬੇਟਾ ਤਖਤੇ ਨੂੰ ਕਿਹਾ ਜਾਂਦਾ, ਫੱਟੇ ਨੂੰ ਕਿਹਾ ਜਾਂਦਾ। ਹੁਣ ਬੋਰਡ ਕੀ ਹੈ? ਜਿਵੇਂ ਬੋਰਡ ਸਹਾਰਾ ਦਿੰਦਾ ਹੈ, ਕੋਈ ਵੀ ਚੀਜ਼ ਆਪਾਂ ਲੱਕੜ ਦੀ ਬਣਾਈਏ, ਜਿਵੇਂ ਸਪੋਜ਼ ਕਰੋ ਆਪਾਂ ਟੇਬਲ ਹੀ ਬਣਾਤਾ, ਤਾਂ ਟੇਬਲ ਦੀਆਂ 4 ਲੈਗਸ ਹੈ, ਉੱਪਰ ਬੋਰਡ ਲੱਗਿਆ ਹੋਇਆ ਹੈ, ਤਖਤਾ ਲੱਗਿਆ ਹੋਇਆ, ਤਾਂ ਟੇਬਲ ਬਣ ਜਾਂਦਾ ਹੈ। ਤਾਂ ਬੋਰਡ ਇੱਕ ਤਰ੍ਹਾਂ ਦਾ ਉਸ ਨੂੰ ਬੋਰਡ ਕਿਹਾ ਜਾਂਦਾ। ਜਾਂ ਸਪੋਜ਼ ਕਰੋ ਆਪਾਂ ਜੇ ਆਪਾਂ ਸਪੋਜ਼ ਕਰੋ ਨਦੀ ਜਾਈਏ, ਤਾਂ ਨਦੀ 'ਚ ਡੁੱਬ ਰਹੇ ਹੋਏ ਆ, ਕੋਈ ਬੰਦਾ ਨਦੀ 'ਚ ਡੁੱਬ ਰਿਹਾ ਹੋਵੇ, ਤਾਂ ਉਸਨੂੰ ਉਹਦੇ ਹੱਥ 'ਚ ਬੋਰਡ ਆ ਜੇ ਕੋਈ ਇਸੇ ਤਰ੍ਹਾਂ ਦਾ, ਜੇ ਟੇਬਲ ਵਰਗਾ ਜਿਹੜਾ ਬੋਰਡ ਲੱਗਿਆ ਹੁੰਦਾ ਉਸ ਤਰ੍ਹਾਂ ਦਾ ਬੋਰਡ ਆ ਜੇ, ਤਾਂ ਉਹ ਬਚ ਜਾਂਦਾ, ਕਿਉਂਕਿ ਡੁੱਬਣ ਤੋਂ ਬਚ ਜਾਂਦਾ ਬੋਰਡ, ਉਸਨੂੰ ਥੱਲੇ ਨਹੀਂ ਜਾਣ ਦਿੰਦਾ। ਤਾਂ ਉਹ ਗੱਲ ਹੋ ਰਹੀ ਹੈ ਇੱਥੇ। ਕਹਿੰਦੇ ਫਰੈਂਡ ਸਾਡੇ ਲਈ ਕੀ ਹੈ? ਇੱਕ ਬੋਰਡ ਦੀ ਤਰ੍ਹਾਂ, ਜੋ ਸਾਨੂੰ ਦੁੱਖਾਂ ਦੇ ਵਿੱਚੋਂ ਬਚਾਉਂਦਾ ਹੈ। ਐਂਡ ਫਾਇਰ ਸਾਈਡ ਹੈ ਨਾ। ਫਾਇਰ ਸਾਈਡ ਕੀ ਹੈ? ਜਦੋਂ ਸਰਦੀਆਂ ਦੇ ਵਿੱਚ ਤੁਸੀਂ ਚੁੱਲ੍ਹੇ ਕੋਲੇ ਬਹਿੰਦੇ ਹੋ, ਕਿੰਨੀ ਜ਼ਿਆਦਾ ਤੁਹਾਨੂੰ ਤਪਸ਼ ਮਿਲਦੀ ਹੈ, ਨਿੱਘ ਮਿਲਦਾ, ਠੀਕ ਹੈ। ਤਾਂ ਫਰੈਂਡ ਵੀ ਸਾਨੂੰ ਇਸੇ ਤਰ੍ਹਾਂ ਨਿੱਘ ਦਿੰਦਾ। ਮਤਲਬ ਉਸ ਦੀ ਜਿਹੜੀ ਦੋਸਤੀ ਹੈ, ਉਸ ਦੇ ਕੋਲੇ ਜਾ ਕੇ ਸਾਨੂੰ ਸਕੂਨ ਮਿਲਦਾ ਹੈ ਕਿ ਅਸੀਂ ਆਪਣੇ ਫਰੈਂਡ ਕੋਲ ਆਏ ਹਾਂ, ਉਹਦੇ ਨਾਲ 4 ਗੱਲਾਂ ਕੀਤੀਆਂ, ਤਾਂ ਉਹ ਬਹੁਤ ਅੱਛਾ ਲੱਗਦਾ। ਤਾਂ ਹੀ ਇਜ਼ ਲਾਈਕ ਅ ਬੋਰਡ ਐਂਡ ਫਾਇਰ ਸਾਈਡ ਟੂ ਅਸ। ਤਾਂ ਸਾਡੇ ਲਈ ਉਹ ਕੀ ਹੈ? ਬੋਰਡ ਹੈ ਐਂਡ ਫਾਇਰ ਸਾਈਡ ਹੈ। ਹੁਣ ਅੱਗੇ ਕੀ ਹੈ ਕਿ ਵੀ ਸ਼ੁਡ ਨਾਟ ਫੀਅਰ ਟੂ ਸੇ ਨੋ ਔਰ ਯੈਸ ਟੂ ਅਵਰ ਫਰੈਂਡ। ਕਹਿੰਦੇ ਸਾਨੂੰ, ਵੀ ਸ਼ੁਡ ਨਾਟ ਫੀਅਰ, ਸਾਨੂੰ ਡਰਨਾ ਨਹੀਂ ਚਾਹੀਦਾ। ਫੀਅਰ ਦਾ ਮਤਲਬ ਕੀ ਹੋ ਗਿਆ? ਡਰ। ਸਾਨੂੰ ਡਰਨਾ ਨਹੀਂ ਚਾਹੀਦਾ ਕਾਹਦੇ ਲਈ? ਟੂ ਸੇ, ਕਿ ਅਸੀਂ ਕਹੀਏ, ਕੀ ਕਹੀਏ? ਨੋ ਕਹੀਏ ਜਾਂ ਯੈਸ ਕਹੀਏ। ਕਿਹਨੂੰ? ਟੂ ਅਵਰ ਫਰੈਂਡ ਨੂੰ। ਸਾਨੂੰ ਆਪਣੇ ਫਰੈਂਡ ਨੂੰ ਨੋ ਜਾਂ ਯੈਸ ਕਰਨ ਦੇ ਵਿੱਚ ਘਬਰਾਹਟ ਨਹੀਂ ਹੋਣੀ ਚਾਹੀਦੀ ਨਾ। ਹੁਣ ਇੱਥੇ ਇਹਦਾ ਮਤਲਬ ਕੀ ਹੈ? ਮੈਂ ਸਾਰੀ ਗੱਲ ਵੈਸੇ ਤੁਹਾਨੂੰ ਪੋਇਮ ਸਮਝਾਈ ਹੈ, ਫਿਰ ਦੱਸ ਦਿੰਦਾ। ਹੁਣ ਸਪੋਜ਼ ਕਰੋ ਸਾਡਾ ਫਰੈਂਡ ਹੈ, ਸਾਡਾ ਸੱਚਾ ਫਰੈਂਡ ਹੈ, ਅਸੀਂ ਵੀ ਕਹਿੰਦੇ ਹਾਂ ਕਿ ਮੇਰਾ ਪੱਕਾ ਦੋਸਤ ਹੈ, ਲੇਕਿਨ ਸਾਡਾ ਫਰੈਂਡ ਹੁਣ ਮੰਨ ਲਓ ਕੋਈ ਗਲਤ ਡਿਸੀਜ਼ਨ ਲੈ ਰਿਹਾ ਹੈ, ਗਲਤ ਫੈਸਲਾ ਲੈ ਰਿਹਾ ਹੈ, ਸਾਨੂੰ ਪਤਾ ਹੈ ਕਿ ਉਹ ਗਲਤ ਰਸਤੇ ਜਾ ਰਿਹਾ ਹੈ, ਤਾਂ ਅਸੀਂ ਉਹਦੇ ਸੱਚੇ ਮਿੱਤਰ ਤਾਂ ਹੀ ਹੈ ਜੇਕਰ ਅਸੀਂ ਉਸ ਨੂੰ ਕਹਾਂਗੇ ਭਾਈ ਨੋ, ਆਹ ਕੰਮ ਨਾ ਕਰ। ਯੂ ਸ਼ੁਡ ਨਾਟ ਫੀਅਰ ਟੂ ਸੇ ਨੋ। ਤੁਹਾਨੂੰ ਨੋ ਕਹਿਣਾ ਚਾਹੀਦਾ ਉਸ ਬੰਦੇ ਨੂੰ ਵੀ ਤੂੰ ਆਹ ਕੰਮ ਰਸਤੇ ਨਾ ਜਾ, ਗਲਤ ਹੈ ਰਸਤਾ। ਤੁਸੀਂ ਉਹਦੇ ਫਰੈਂਡ ਹੋ, ਇਹਦਾ ਮਤਲਬ ਹਰ ਗੱਲ 'ਚ ਉਹਦੀ ਹਾਂ ਛਾਂ ਨਹੀਂ ਮਿਲਾਣੀ। ਨੋ, ਇਹਨੂੰ ਫਰੈਂਡਸ਼ਿਪ ਨਹੀਂ ਕਿਹਾ ਜਾਂਦਾ। ਜੇ ਉਹ ਗਲਤ ਪਾਸੇ ਜਾ ਰਿਹਾ ਹੈ ਤਾਂ ਜਿਹੜਾ ਉਹਦਾ ਫਰੈਂਡ ਹੈ ਉਸਦਾ ਫਰਜ਼ ਬਣਦਾ ਹੈ ਕਿ ਉਹ ਉਸਨੂੰ ਨੋ ਕਰੇ। ਪਰ ਜੇਕਰ ਉਹ ਸਹੀ ਰਸਤੇ ਜਾ ਰਿਹਾ ਹੈ ਫਿਰ ਤੁਸੀਂ ਉਸ ਨੂੰ ਯੈਸ ਕਰੋ। ਜੇ ਤੁਹਾਡੇ ਤੋਂ ਆ ਕੇ ਸਲਾਹ ਮੰਗਦਾ ਹੋ ਕਿ ਮੈਂ ਆਹ ਕੰਮ ਕਰ ਲਾਂ, ਤੁਹਾਨੂੰ ਲੱਗਦਾ ਕੰਮ ਸਹੀ ਹੈ, ਮੇਰਾ ਫਰੈਂਡ ਸਹੀ ਮੇਰੇ ਤੋਂ ਰਾਏ ਪੁੱਛ ਰਿਹਾ, ਤਾਂ ਉਸਨੂੰ ਯੈਸ ਕਰੋ। ਇੱਕ ਚੰਗਾ ਫਰੈਂਡ ਉਹੀ ਹੈ ਜੋ ਆਪਣੇ ਫਰੈਂਡ ਨੂੰ, ਜੇ ਉਸਨੇ ਜੇ ਉਹ ਗਲਤ ਪਾਸੇ ਜਾ ਰਿਹਾ ਤਾਂ ਉਸਨੂੰ ਨੋ ਕਹੇ, ਜੇ ਉਹ ਸਹੀ ਰਸਤੇ ਤੇ ਜਾ ਰਿਹਾ ਉਸਨੂੰ ਯੈਸ ਕਹੇ। ਤਾਂ ਇਹ ਗੱਲ ਹੈ। ਅੱਛਾ, ਇੱਥੇ ਜਿਹੜਾ ਬੇਟਾ ਆਪਾਂ ਨੋ ਔਰ ਯੈਸ ਪਾਇਆ, ਇਹ ਵੀ ਦੇਖੋ ਕੋਟਸ 'ਚ ਪਾਇਆ, ਕਿਉਂਕਿ ਇਹ ਸਪੈਸ਼ਲ ਵਰਡਸ ਹੈ। ਆਪਾਂ ਕੋਟਸ 'ਚ ਵਰਡਸ ਕਿਉਂ ਪਾਉਂਦੇ? ਜਦ ਆਪਾਂ ਨੇ ਕਿਸੇ ਪਰਟੀਕੂਲਰ, ਕਿਸੇ ਖਾਸ ਸ਼ਬਦ ਦੇ ਉੱਪਰ ਇੰਫੈਸਿਸ ਪਾਉਣਾ ਹੁੰਦਾ। ਇੰਫੈਸਿਸ ਦਾ ਮਤਲਬ ਉਸ ਤੇ ਥੋੜਾ ਜਿਹਾ ਦਬਾਅ ਪਾ ਕੇ ਸਾਨੂੰ ਦੱਸਣਾ ਹੁੰਦਾ ਕਿ ਅਸੀਂ ਹਾਂ ਖਾਸ ਤੌਰ ਤੇ ਇਸ ਵਰਡਸ ਦੀ ਗੱਲ ਕਰ ਰਹੇ ਹਾਂ, ਤਾਂ ਆਪਾਂ ਇੱਥੇ ਨੋ ਤੇ ਯੈਸ ਇਸ ਤਰ੍ਹਾਂ ਪਾਇਆ। ਅੱਗੇ ਕੀ ਹੈ ਜੀ? ਅ ਟਰੂ ਫਰੈਂਡ ਅੰਡਰਸਟੈਂਡਸ ਆਵਰ ਵਰਡਸ ਐਂਡ ਸਾਇਲੈਂਸ। ਸਾਡਾ ਜਿਹੜਾ ਸੱਚਾ ਦੋਸਤ ਹੈ, ਟਰੂ ਫਰੈਂਡ, ਸਾਡਾ ਸੱਚਾ ਦੋਸਤ ਅੰਡਰਸਟੈਂਡ, ਸਮਝਦਾ ਹੈ। ਦੇਖੋ ਫਿਰ ਇੱਥੇ ਐਸ ਪਈ ਹੈ, ਸਬਜੈਕਟ ਦੇ ਨਾਲ ਵਰਬ ਦੀ ਪਹਿਲੀ ਫਾਰਮ ਦੇ ਨਾਲ ਐਸ ਪਈ ਹੈ, ਪ੍ਰੈਜ਼ੈਂਟ ਟੈਂਸ। ਸਾਡਾ ਸੱਚਾ ਦੋਸਤ, ਇੱਕ ਸੱਚਾ ਦੋਸਤ ਸਮਝਦਾ ਹੈ ਸਾਡੇ ਸ਼ਬਦਾਂ ਨੂੰ ਵੀ, ਸਾਡੇ ਬੋਲਾਂ ਨੂੰ ਵੀ, ਐਂਡ ਸਾਡੀ ਸਾਇਲੈਂਸ ਨੂੰ ਵੀ, ਸਾਡੀ ਚੁੱਪ ਨੂੰ ਵੀ। ਸਾਇਲੈਂਸ ਦਾ ਮਤਲਬ ਚੁੱਪ ਹੋ ਗਿਆ, ਵਰਡਸ ਹੋ ਗਏ, ਸਾਡੀ ਬੋਲਚਾਲ ਹੋ ਗਈ। ਜੇ ਸਪੋਜ਼ ਕਰੋ ਅਸੀਂ ਆਪਣੇ ਫਰੈਂਡ ਦੇ ਕੋਲ ਜਾਂਦੇ ਹਾਂ, ਅਸੀਂ ਬੜੇ ਉਸ ਦਿਨ ਦੁਖੀ ਹਾਂ, ਮੰਨ ਲਓ ਅਸੀਂ ਆਪਣੇ ਫਰੈਂਡ ਕੋਲ ਜਾ ਕੇ ਬੈਠੇ, ਅਸੀਂ ਬੋਲ ਨਹੀਂ ਰਹੇ,
ਤਾਂ ਸਾਡਾ ਸੱਚਾ ਫਰੈਂਡ ਅੰਦਾਜ਼ਾ ਲਾ ਲੂਗਾ ਵੀ ਮੇਰਾ ਜਿਹੜਾ ਅੱਜ ਦੋਸਤ ਹੈ ਬੋਲ ਨਹੀਂ ਰਿਹਾ, ਸਾਇਲੈਂਸ ਹੈ, ਕੋਈ ਗੱਲ ਹੈ, ਕੋਈ ਇਹਦੇ ਮਨ ਤੇ ਬੋਝ ਹੈ। ਤਾਂ ਜੇਕਰ ਅਸੀਂ ਜਾ ਕੇ ਕੋਈ ਗੱਲ ਕਰਦੇ ਹਾਂ ਫਿਰ ਤਾਂ ਸਾਡਾ ਫਰੈਂਡ ਸਮਝੂਗਾ ਹੀ। ਤਾਂ ਇੱਕ ਚੰਗਾ ਦੋਸਤ ਆਪਣੇ ਦੋਸਤ ਦੀ ਸਾਇਲੈਂਸ ਤੇ ਵਰਡਸ ਦੋਨਾਂ ਨੂੰ ਸਮਝਦਾ ਹੈ। ਅੱਗੇ ਕੀ ਹੈ ਜੀ, we should not share our joys and sorrows we should share our joys and sorrows with our friend। ਕਹਿੰਦੇ ਸਾਨੂੰ ਸ਼ੇਅਰ ਕਰਨੇ ਚਾਹੀਦੇ ਨੇ, ਸ਼ੇਅਰ ਹਿੱਸਾ ਵੰਡਾਉਣਾ ਚਾਹੀਦਾ ਹੈ, ਕਿਹਨਾਂ ਦਾ, ਸਾਡੇ ਸੁੱਖਾਂ ਦਾ ਅਤੇ ਦੁੱਖਾਂ ਦਾ। ਕਿਹਦੇ ਨਾਲ, ਆਪਣੇ ਦੋਸਤ ਨਾਲ। ਅਸੀਂ ਆਪਣੇ ਦੋਸਤ ਨਾਲ ਫਰੈਂਡਸ਼ਿਪ ਕਰ ਲਈ, ਠੀਕ ਹੈ, ਸਾਡਾ ਫਰੈਂਡ ਬਣ ਗਿਆ, ਲੇਕਿਨ ਅਸੀਂ ਉਸ ਨੂੰ ਸਿਰਫ ਸੁੱਖ ਵੇਲੇ ਯਾਦ ਕਰਦੇ ਹਾਂ, ਜਾਂ ਮਤਲਬ ਉਹ ਸਾਡੇ ਸਿਰਫ ਸੁੱਖਾਂ 'ਚ ਹੀ ਆਂਦਾ ਹੈ। ਜਿਸ ਦਿਨ ਸਾਨੂੰ ਦੁੱਖ ਆ ਗਿਆ ਕੋਈ, ਉਸ ਦਿਨ ਉਹ ਪਤਾ ਹੀ ਨਹੀਂ ਕਿ ਫੋਨ ਹੀ ਨਹੀਂ ਚੱਕਿਆ ਬਾਈ ਨੇ, ਪਤਾ ਨਹੀਂ ਕਿੱਧਰ ਗਿਆ, ਤਾਂ ਉਹ ਫਿਰ ਸਾਡਾ ਫਰੈਂਡ ਥੋੜੀ ਹੈ। ਤਾਂ ਫਰੈਂਡ ਤਾਂ ਉਹੀ ਹੈ ਨਾ ਜੋ ਸੁੱਖ ਤੇ ਦੁੱਖ ਦੋਨਾਂ 'ਚ ਤੁਹਾਡੇ ਨਾਲ ਖੜਦਾ ਹੈ। ਤੁਸੀਂ ਸੁੱਖ ਤੇ ਦੁੱਖ ਵੰਡਾਉਂਦੇ ਹੋ ਆਪਣੇ ਫਰੈਂਡ ਨਾਲ, ਉਹ ਫਰੈਂਡ ਹੈ ਤੁਹਾਡਾ ਅਸਲੀ। ਤਾਂ ਇੱਥੇ ਹੀ ਕਿਹਾ ਹੋਇਆ ਜੋਇਜ਼ ਆਨੰਦ, ਸੋਰੋਜ਼ ਦੁੱਖ। ਅੱਗੇ ਦੇਖੋ ਜੀ, we should not feel sad, ਇੱਥੇ ਸੌਰੀ ਫੀ ਪੈ ਗਿਆ, ਇੱਥੇ ਐਲ ਪਾ ਲਓ ਬੇਟਾ, ਠੀਕ ਕਰ ਲਿਓ, ਟਾਈਪੋ ਐਰਰ ਹੋ ਗਈ, ਫੀਲ FEEL। we should not feel sad when we part from our friend। ਕਹਿੰਦੇ ਜਦੋਂ ਅਸੀਂ ਆਪਣੇ ਦੋਸਤ ਤੋਂ ਜੁਦਾ ਹੋਈਏ, when ਜਦੋਂ we part ਦਾ ਮਤਲਬ ਜੁਦਾ ਹੋਣਾ, from our friend ਆਪਣੇ ਦੋਸਤ ਨਾਲੋਂ ਜੁਦਾ ਹੋਈਏ, ਤਾਂ ਸਾਨੂੰ we should not feel sad, ਸਾਨੂੰ feel sad ਮਤਲਬ ਕਿ ਸਾਨੂੰ ਦੁੱਖ ਨਹੀਂ ਮਨਾਉਣਾ ਚਾਹੀਦਾ। ਜੇਕਰ ਸਾਡਾ ਦੋਸਤ ਸਾਡੇ ਤੋਂ ਦੂਰ ਜਾ ਰਿਹਾ ਹੈ, ਕਿਸੇ ਕੰਮ ਕਰਕੇ ਜਾ ਰਿਹਾ ਹੈ, ਉਸ ਦੀ ਕੋਈ ਜ਼ਿੰਮੇਵਾਰੀ ਹੈ, ਉਸ ਲਈ ਜਾ ਰਿਹਾ ਹੈ, ਤਾਂ ਸਾਨੂੰ ਦੁੱਖ ਨਹੀਂ ਮਨਾਉਣਾ ਚਾਹੀਦਾ। ਕੋਈ ਗੱਲ ਨਹੀਂ, ਕਿਉਂਕਿ ਇੱਥੇ ਉਹ ਕੀ ਕਹਿਣਾ ਚਾਹੁੰਦਾ ਹੈ, ਇਸ ਲਾਈਨ ਦੇ ਵਿੱਚ ਉਹ ਕਹਿਣਾ ਚਾਹੁੰਦਾ ਹੈ ਕਿ ਜਦੋਂ ਸਾਡਾ ਫਰੈਂਡ ਸਾਡੇ ਤੋਂ ਦੂਰ ਜਾਊਗਾ ਤਾਂ ਸਾਨੂੰ ਫਿਰ ਉਸ ਦੀ ਅਸਲੀ ਅਹਿਮੀਅਤ ਦਾ ਪਤਾ ਚੱਲਦਾ ਹੈ। ਇਹ ਤਾਂ ਗੱਲ ਮੈਂ ਪੂਰਾ ਮੰਨਦਾ ਬੇਟਾ ਲਾਈਫ 'ਚ, ਕਿ ਕਿਸੇ ਬੰਦਾ ਜਦੋਂ, ਜਿਸ ਨੂੰ ਤੁਸੀਂ ਆਪਣਾ ਫਰੈਂਡ ਕਹਿੰਦੇ ਹੋ, ਜਦੋਂ ਤੁਹਾਡੇ ਨਾਲ ਨਹੀਂ ਹੁੰਦਾ ਕੁਝ ਥੋੜੇ ਸਮੇਂ ਲਈ, ਫਿਰ ਅਸਲੀ ਉਸ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ। ਜਦੋਂ ਸਾਡੇ ਨਾਲ ਹੁੰਦਾ ਕਈ ਵਾਰੀ ਸਾਨੂੰ ਉਹਦੀ ਅਹਿਮੀਅਤ ਦਾ ਪਤਾ ਹੀ ਨਹੀਂ ਚੱਲਦਾ। ਹੁਣ ਮੇਰੇ ਫਰੈਂਡ ਸੀਗੇ, ਮੈਨੂੰ ਯਾਦ ਹੈ ਜਿਸ ਟਾਈਮ ਮੈਂ ਆਪਣੇ ਕਾਲਜ ਟਾਈਮ ਪੜ੍ਹਦਾ ਸੀਗਾ, ਉਹਨਾਂ ਦਿਨਾਂ ਵਿੱਚ ਪਰਵਾਹ ਨਹੀਂ ਸੀ ਕਰਦੇ, ਹੈ ਨਾ, ਰੁੱਸ ਵੀ ਜਾਈਦਾ ਸੀ, ਮੰਨ ਵੀ ਜਾਈਦਾ ਸੀ ਆਪਣੇ ਫਰੈਂਡਸ ਨਾਲੋਂ। ਲੇਕਿਨ ਅੱਜ ਦੇਖੋ ਮੈਂ ਬੜਾ ਮਿਸ ਕਰਦਾ ਉਹਨਾਂ ਨੂੰ, ਉਹ ਆਪਣੇ ਕੰਮਾਂ 'ਚ ਬਿਜ਼ੀ ਹੈ, ਮੈਂ ਆਪਣੇ ਪਰਿਵਾਰਾਂ 'ਚ ਬਿਜ਼ੀ ਹਾਂ, ਲੇਕਿਨ ਅਸੀਂ ਮਿਸ ਕਰੀਦਾ। ਕਈ ਵਾਰੀ ਇੱਕ ਦੂਜੇ ਨੂੰ ਮਿਲਦੇ ਹਾਂ ਅਸੀਂ ਬੜੀ ਦੇਰ ਬਾਅਦ ਕਿਸੇ ਫੰਕਸ਼ਨ ਤੇ, ਤਾਂ ਫਿਰ ਅਸੀਂ ਉਹ ਸਾਰੀਆਂ ਗੱਲਾਂ ਯਾਦ ਕਰਦੇ ਹਾਂ, ਬਹੁਤ ਮਿਸ ਕਰਦੇ ਹਾਂ। ਤਾਂ ਜਦੋਂ ਨਹੀਂ ਹੁੰਦਾ ਨਾ ਕੋਈ ਨਾਲ, ਉਦੋਂ ਪਤਾ ਲੱਗਦਾ ਫਰੈਂਡਸ ਕੀ ਹੁੰਦੇ ਨੇ ਅਸੀਂ। ਅੱਗੇ ਦੇਖੋ ਜੀ, ਆਵਰ ਫਰੈਂਡ ਇਜ਼ ਨੋਟ ਆਵਰ ਟਾਈਮ ਪਾਸ। ਬਹੁਤ ਵਧੀਆ ਗੱਲ ਲਿਖੀ ਹੈ, ਸਾਡਾ ਦੋਸਤ ਸਾਡੇ ਲਈ ਟਾਈਮ ਪਾਸ ਨਹੀਂ ਹੈ। ਸਾਡਾ ਦੋਸਤ ਸਾਡਾ ਟਾਈਮ ਪਾਸ ਨਹੀਂ ਹੈ। ਅਸਾਂ ਕਹਿੰਦੇ ਜੀ ਅੱਜ ਵਿਹਲੇ ਆ, ਚਲੋ ਚੈਟਿੰਗ ਕਰ ਲਈਏ ਆਪਣੇ ਦੋਸਤ ਨਾਲ, WhatsApp ਕਰ ਲਈਏ, ਗੱਲਾਂ ਮਾਰ ਲਈਏ, ਟਾਈਮ ਪਾਸ ਕਰ ਲਈਏ। ਸਾਡੀ ਸੋਚ ਇਹ ਹੋ ਗਈ ਅੱਜ ਦੀ ਕਿ ਸਾਡਾ ਦੋਸਤ ਸਾਡੇ ਲਈ ਟਾਈਮ ਪਾਸ ਹੈ। ਨਹੀਂ, ਜਿਹੜਾ ਸੱਚਾ ਦੋਸਤ ਸਾਡਾ ਟਾਈਮ ਪਾਸ ਨਹੀਂ ਹੈ। ਕੀ ਆ ਉਹ? ਹੀ ਇਜ਼ ਲਾਈਕ ਅ ਡਿਊ, he is like a dew of the fresh morning। fresh morning ਦਾ ਮਤਲਬ ਤਾਜ਼ੀ ਸਵੇਰ। ਡਿਊ ਔਸ ਨੂੰ ਕਿਹਾ ਜਾਂਦਾ ਬੱਚਿਓ। ਉਹ ਕੀ ਹੈ? ਜਿਵੇਂ ਦੇਖੋ ਜਦੋਂ ਆਪਾਂ ਸਵੇਰੇ ਉੱਠੀਏ ਤਾਂ ਘਾਹ ਤੇ ਆਪਾਂ ਨੰਗੇ ਪੈਰ ਤੁਰੀਏ, ਉੱਥੇ ਘਾਹ ਤੇ ਜਿਹੜੇ ਡਿਊ ਪਈ ਹੁੰਦੀ ਹੈ, ਔਸ ਪਈ ਹੁੰਦੀ ਹੈ, ਉਹ ਕਿੰਨੀ ਚੰਗੀ ਲੱਗਦੀ ਹੈ। ਕਈ ਵਾਰੀ ਸਰਦੀਆਂ ਦੇ ਦਿਨਾਂ 'ਚ ਤਾਂ ਡਿਊ ਵੈਸੀ ਗਿਰ ਰਹੀ ਹੁੰਦੀ ਹੈ, ਔਸ ਗਿਰ ਰਹੀ ਹੁੰਦੀ ਹੈ ਥੋੜੀ ਥੋੜੀ, ਤਾਂ ਉਹ ਬੜਾ ਵਧੀਆ ਲੱਗਦਾ। ਤਾਂ ਸਾਡਾ ਫਰੈਂਡ ਉਵੇਂ ਹੈ, ਸਾਡੇ ਲਈ ਤਾਜ਼ੀ ਸਵੇਰ ਦੀ ਡਿਊ ਵਾਂਗੂ ਹੈ, ਔਸ ਵਾਂਗੂ ਹੈ। ਔਸ ਕੀ ਹੁੰਦੀ ਹੈ? ਔਸ ਪਿਓਰ ਹੁੰਦੀ ਹੈ ਬੇਟਾ। ਜਿਹੜੀ ਡਿਊ ਹੁੰਦੀ ਹੈ ਨਾ, ਉਹ ਪਿਓਰ ਹੁੰਦੀ ਹੈ, ਉਸ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਹੁੰਦੀ। ਤਾਂ ਸਾਡਾ ਫਰੈਂਡ ਵੀ ਸਾਡੇ ਲਈ ਉਹ ਡਿਊ ਵਾਂਗੂ ਹੈ, ਫਰੈਸ਼ ਮਾਰਨਿੰਗ ਦੀ ਡਿਊ ਵਾਂਗੂ ਹੈ, ਕਿਉਂਕਿ ਉਹ 'ਚ ਕੋਈ ਮਿਲਾਵਟ ਨਹੀਂ ਹੈ। ਸਾਡੇ ਸੱਚੇ ਫਰੈਂਡ 'ਚ ਸਾਨੂੰ ਇਹ ਮੰਨਣਾ ਚਾਹੀਦਾ, ਸਾਡੇ ਉਹ ਸੁੱਖ 'ਚ ਖੜੂਗਾ, ਸਾਡੇ ਦੁੱਖਾਂ 'ਚ ਖੜੂਗਾ, ਤੇ ਸਾਡੇ ਲਈ ਉਹ ਟਾਈਮ ਪਾਸ ਨਹੀਂ ਹੈ। ਤਾਂ ਇਹ ਸਾਰੀਆਂ ਗੱਲਾਂ ਬੇਟਾ ਇਹ ਸੈਂਟਰਲ ਆਈਡੀਆ 'ਚ ਨੇ। ਲਾਸਟ ਤੁਸੀਂ ਇਹ ਲਾਈਨ ਲਿਖ ਸਕਦੇ ਹੋ ਕਿ ਰੀਲੀ ਇਟ ਇਜ਼ ਅ ਵੈਰੀ ਬਿਊਟੀਫੁਲ ਪੋਇਮ। ਬਹੁਤ ਹੀ ਖੂਬਸੂਰਤ ਪੋਇਮ ਹੈ ਇਹ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੀ ਜਿਹੜੀ ਸੈਂਟਰਲ ਆਈਡੀਆ ਹੈ ਇਹ ਸਮਝ ਆਇਆ ਹੋਏਗਾ। ਮੈਂ ਇਸ ਦੀ ਵੀਡੀਓ ਵੀ ਬਣਾਈ ਹੈ, ਤਾਂ ਰਿਕਾਰਡਿੰਗ ਕੀਤੀ ਹੈ, ਮੈਂ ਇਸ ਦਾ ਲਿੰਕ ਭੇਜੂੰਗਾ। ਹੁਣ ਤਾਂ ਤੁਸੀਂ ਇਸ ਨੂੰ ਸਮਝਿਆ, ਲੇਕਿਨ ਬਾਅਦ 'ਚ ਉਸ ਲਿੰਕ ਤੇ ਜਾ ਕੇ ਤੁਸੀਂ ਪੌਜ਼ ਐਂਡ ਪਲੇ ਕਰਕੇ ਇਸ ਨੂੰ ਆਪਣੀਆਂ ਫੇਅਰ ਨੋਟਬੁੱਕਸ ਤੇ ਉਤਾਰ ਲਓ, ਤੇ ਫਿਰ ਉਸ ਦੀਆਂ ਮੈਨੂੰ ਪਿਕਸ ਵੀ ਭੇਜਿਓ। ਤਾਂ ਇੱਕ ਵਾਰੀ ਤੁਸੀਂ ਸਾਰੇ ਜਣੇ ਜਰਾ ਅਨਮਿਊਟ ਹੋਵੋ ਤੇ ਦੱਸੋ ਕਿ ਸਮਝ ਆ ਗਿਆ। ਹਾਂਜੀ ਦੱਸੋ ਜੀ। ਅਸ਼ਪ੍ਰੀਤ, ਰਮਨ, ਜਸਪ੍ਰੀਤ, ਖਾਨ ਹਾਂਜੀ ਸਾਹਿਬ, ਸਰ। ਅਮਨਜੋਤ, ਸਮਝ ਆ ਗਿਆ ਵੀ ਸਾਰਿਆਂ ਨੂੰ? ਹਾਂਜੀ ਸਰ। ਚਲੋ ਠੀਕ ਹੈ ਜੀ, ਚਲੋ ਠੀਕ ਹੈ ਜੀ। ਕੱਲ ਨੂੰ ਆਪਾਂ ਫਿਰ ਮਿਲਦੇ ਹਾਂ, ਦੇਖਦੇ ਹਾਂ ਕੱਲ ਨੂੰ ਕੋਈ ਆਪਾਂ ਨਵਾਂ ਚੈਪਟਰ ਸਟਾਰਟ ਕਰਾਂਗੇ। ਓਕੇ।